位，加油！ ਭਾਰਤ ਦੇ ਦੋ ਉੱਤਰ ਪੂਰਬੀ ਸੂਬਿਆਂ ਦਰਮਿਆਨ ਸਰਹੱਦੀ ਵਿਵਾਦ ਹਿੰਸਕ ਟਕਰਾਅ ਦਾ ਰੂਪ ਧਾਰਨ ਕਰ ਗਿਆ ਹੈ। ਅਸਾਮ ਪੁਲਿਸ ਸਰਹੱਦ ਤੇ ਬੈਰੀਕੇਡ ਲਾ ਕੇ ਅਸਾਮ ਨੰਬਰ ਦੀਆਂ ਗੱਡੀਆਂ ਨੂੰ ਮੇਘਾਲਿਆ ਵਿੱਚ ਜਾਣ ਤੋਂ ਰੋਕ ਰਹੀ ਹੈ, ਕਿਉਂਕਿ ਮੇਘਾਲਿਆ ਦੇ ਲੋਕ ਅਸਾਮ ਨੰਬਰ ਗੱਡੀ ਨੂੰ ਦੇਖਦਿਆਂ ਹੀ ਹਮਲਾ ਕਰ ਦਿੰਦੇ ਹਨ। ਹੁਣ ਤੱਕ ਇਸ ਟਕਰਾਅ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 5 ਮੇਘਾਲਿਆ ਦੇ ਆਮ ਲੋਕ ਹਨ, ਜਦਕਿ ਇੱਕ ਅਸਾਮ ਦਾ ਜੰਗਲਾਤ ਗਾਰਡ ਵੀ ਮਾਰਿਆ ਗਿਆ ਹੈ। ਇਹ ਮੌਤਾਂ ਅਸਾਮ ਪੁਲਿਸ ਦੀ ਗੋਲੀ ਨਾਲ ਹੋਈਆਂ ਹਨ। ਅਸਾਮ ਅਤੇ ਮੇਘਾਲਿਆ ਦਾ ਸਰਹੱਦੀ ਵਿਵਾਦ ਕੀ ਹੈ? ਭਾਰਤ ਦੀ ਹਿੰਦੂਤਵੀ ਸਿਆਸਤ ਇਸ ਮੁਲਕ ਨੂੰ ਅਖੰਡ ਪ੍ਰਚਾਰਨ ਦਾ ਜ਼ੋਰ ਲਾਉਂਦੀ ਰਹੀ ਹੈ, ਪਰ ਮੁਲਕ ਵਿੱਚ ਵੱਖ-ਵੱਖ ਕੌਮੀਅਤਾਂ ਦੇ ਆਪਸੀ ਟਕਰਾਅ ਇਸ ਝੂਠੇ ਬਿਰਤਾਂਤ ਨੂੰ ਉਜਾਗਰ ਕਰ ਦਿੰਦੇ ਹਨ। ਉੱਤਰ ਪੂਰਬੀ ਸੂਬਿਆਂ ਵਿੱਚ ਕੌਮੀ ਪਛਾਣਾਂ ਬਹੁਤ ਮਜ਼ਬੂਤ ਹਨ ਅਤੇ ਲਗਾਤਾਰ ਭਾਰਤੀ ਪਛਾਣ ਨੂੰ ਰੱਦ ਕਰਕੇ ਆਪਣੇ ਆਜ਼ਾਦ ਖਿੱਤਿਆਂ ਲਈ ਵੀ ਇਹ ਕੌਮਾਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਅਜਿਹੇ ਵਿੱਚ ਕਈ ਵਾਰ ਇਹਨਾਂ ਕੌਮਾਂ ਦਰਮਿਆਨ ਆਪਣੀਆਂ ਰਵਾਇਤੀ ਹੱਦਾਂ ਜੋ ਪਿੰਡ ਬੰਨ੍ਹਦੇ ਹਨ, ਉਹਨਾਂ ਨੂੰ ਲੈ ਕੇ ਟਕਰਾਅ ਹੋ ਜਾਂਦਾ ਹੈ। ਅਸਾਮ ਅਤੇ ਮੇਘਾਲਿਆ ਦੀ ਸਰਹੱਦ 884 ਕਿਲੋਮੀਟਰ ਲੰਬੀ ਹੈ। ਇਸ ਸਰਹੱਦ ਤੇ 12 ਥਾਵਾਂ ਉੱਤੇ ਦੋਵਾਂ ਕੌਮਾਂ ਦਾ ਟਕਰਾਅ ਹੈ। ਮਾਰਚ ਮਹੀਨੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ 12 ਵਿੱਚੋਂ 6 ਥਾਵਾਂ ਤੇ ਵਿਵਾਦ ਹੱਲ ਕਰਨ ਲਈ ਇੱਕ ਸਮਝੌਤਾ ਕੀਤਾ ਸੀ। ਇਸ ਮਹੀਨੇ ਦੇ ਅਖੀਰ ਵਿੱਚ ਬਾਕੀ ਰਹਿੰਦੇ 6 ਥਾਵਾਂ ਤੇ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣੀ ਸੀ। ਬਰਤਾਨੀਆ ਦੀ ਹਕੂਮਤ ਨੇ ਇਸ ਉਪ ਮਹਾਦੀਪ ਵਿੱਚ ਆਪਣਾ ਰਾਜ ਚਲਾਉਣ ਲਈ ਇਸ ਨੂੰ ਕੌਮੀਅਤਾਂ ਦੀ ਥਾਂ ਆਪਣੀ ਪ੍ਰਸ਼ਾਸਨਿਕ ਸੋਖ ਮੁਤਾਬਕ ਸੂਬਿਆਂ ਵਿੱਚ ਵੰਡਿਆ ਸੀ। ਉਸ ਸਮੇਂ ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਦੇ ਇਲਾਕੇ ਵੀ ਅਸਾਮ ਵਿੱਚ ਹੀ ਸਨ। 1972 ਵਿੱਚ ਮੇਘਾਲਿਆ ਨੂੰ ਅਸਾਮ ਤੋਂ ਵੱਖ ਕਰ ਦਿੱਤਾ ਗਿਆ ਸੀ, ਪਰ ਵੰਡ ਸਹੀ ਤਰੀਕੇ ਨਾਲ ਨਾ ਕਰਨ ਕਰਕੇ ਸਰਹੱਦੀ ਵਿਵਾਦ ਨੇ ਦੋਵਾਂ ਕੌਮਾਂ ਵਿਚਾਲੇ ਟਕਰਾਅ ਬਣਾ ਦਿੱਤਾ। How is it that Assam government resorts to telling the people that don't go to Meghalaya? Why don't they talk to each other? Assam and Meghalaya government, they should talk to each other and ensure that there is no chances of breakdown of law and order. I didn't see any endeavor, rather the honest effort from both the authorities, Assam and the Meghalaya counterpart. They have a easy solution: shut down the internet, make people stay indoors, nothing else. This is not the way to deal with this situation. And in the process, what is happening? There is a misinformation campaign going on. That as though this whole incident has taken place because of the hatred between different communities, which is not correct. There is no fight between the Khasis and Assamese. There is no fight between the communities of Meghalaya and the other rest of the communities on the other side of the border. But the government, both the governments are creating this perception, which is wrong. The peace and tranquility must prevail. And how to really maintain this peace and tranquility is the responsibility of the government. ਸਾਲ 2021 ਵਿੱਚ ਅਸਾਮ ਅਤੇ ਮਿਜ਼ੋਰਮ ਦਰਮਿਆਨ ਵੀ ਸਰਹੱਦੀ ਵਿਵਾਦ ਨੂੰ ਲੈ ਕੇ ਹਿੰਸਕ ਟਕਰਾਅ ਹੋਇਆ ਸੀ, ਜਿਸ ਵਿੱਚ 5 ਪੁਲਿਸ ਮੁਲਾਜ਼ਮ ਮਾਰੇ ਗਏ ਸੀ ਤੇ 50 ਤੋਂ ਵੀ ਵੱਧ ਜ਼ਖਮੀ ਹੋਏ ਸੀ। ਇਹ ਟਕਰਾਅ ਦੋਵਾਂ ਸੂਬਿਆਂ ਦੀ ਪੁਲਿਸ ਦਰਮਿਆਨ ਹੋਇਆ ਸੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਡ ਸੰਗਮਾ ਨੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਸ਼ਰਮਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਟਵੀਟ ਕੀਤਾ ਕਿ ਅਸਾਮ ਦੀ ਪੁਲਿਸ ਨੇ ਮੇਘਾਲਿਆ ਦੀ ਹੱਦ ਵਿੱਚ ਦਾਖਲ ਹੋ ਕੇ ਬਿਨਾਂ ਕਿਸੇ ਭੜਕੜਾਹਟ ਤੋਂ ਗੋਲੀ ਚਲਾਈ ਤੇ ਮੇਘਾਲਿਆ ਦੇ ਲੋਕਾਂ ਨੂੰ ਮਾਰਿਆ ਗਿਆ। ਅਸਾਮ ਦੇ ਮੇਘਾਲਿਆ ਨਾਲ ਲੱਗਦੇ ਐਂਗਲੋਂਗ ਜ਼ਿਲ੍ਹੇ ਵਿੱਚ ਮੇਘਾਲਿਆ ਦੇ ਲੋਕਾਂ ਵੱਲੋਂ ਮੌਤਾਂ ਦੇ ਰੋਸ ਵਜੋਂ ਅਸਾਮ ਦੇ ਜੰਗਲਾਤ ਅਫਸਰ ਦਾ ਦਫ਼ਤਰ ਸਾੜ ਦਿੱਤਾ ਗਿਆ। ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿੱਚ ਅਸਾਮ ਦੀਆਂ ਗੱਡੀਆਂ ਤੇ ਹਮਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਮੇਘਾਲਿਆ ਦੀ ਖਾਸੀ ਵਿਦਿਆਰਥੀ ਜਥੇਬੰਦੀ ਨੇ ਲਈ ਹੈ। ਜਥੇਬੰਦੀ ਵੱਲੋਂ ਉਸ ਹਸਪਤਾਲ ਬਾਹਰ ਲਗਾਤਾਰ ਧਰਨਾ ਜਾਰੀ ਹੈ ਜਿੱਥੇ ਮਰੇ ਗਏ ਮੇਘਾਲਿਆ ਦੇ ਨਾਗਰਿਕਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ। ਵਿਦਿਆਰਥੀ ਜਥੇਬੰਦੀ ਦੀ ਮੰਗ ਹੈ ਕਿ ਦੋਸ਼ੀ ਅਸਾਮ ਪੁਲਿਸ ਦੇ ਮੁਲਜ਼ਮਾਂ ਨੂੰ ਮੇਘਾਲਿਆ ਪੁਲਿਸ ਦੇ ਹਵਾਲੇ ਕੀਤਾ ਜਾਵੇ। নাই সকলো ধৰণৰ মেজাৰ্ছ লৈছে, বিশেষকৈ যাত্ৰীসকল নিৰাপত্তাজনিত দিশলৈ চাই আৰু এটা সতৰ্কতামূলক ব্যৱস্থা হিচাপে আমি বৰ্তমান সময়ত যিবিলাক মেঘালয় বাহন গাড়ী আছে বা মেঘালয় হৈ গুৱাহাটীলৈ যোৱা যিবিলাক গাড়ী আছে সকলো গাড়ীবিলাক আমি বন্ধ কৰি দিছোঁ। মাত্ৰ মেঘালয়ৰ নাম্বাৰ থকা গাড়ী, ML নাম্বাৰৰ গাড়ী আৰু তাৰ লগতে মেঘালয়ৰ যাত্ৰী যিসকল আছে তেওঁলোকক আমি যাবলৈ দিছোঁ। বাকী এটা সতৰ্কতামূলক ব্যৱস্থা হিচাপে আজি দিনটো আৰু ৰাতিলৈকে আমাৰ সেই যাতায়াত ব্যৱস্থাটো বন্ধ থাকিব। এইটো আমাৰ যিটো সীমা আছে, অসম মেঘালয়ৰ যিটো সীমা আছে দীঘৰখাল, তাতে আমি আৰু বাকী আমি সকলো অঞ্চলতে আৰু আমাৰ বৰাক ভেলীৰ বাকী জিলা 2খন জিলাতে কৈ দিয়া হৈছে
তেওঁলোকৰ ঠায়ে ঠায়ে গাড়ীবিলাক ৰৈ গৈছে। গতিকে এটা বিশেষ সতৰ্কতামূলক ব্যৱস্থা যাতে কোনো ধৰণৰ মানুহবিলাকৰ অসুবিধা নহয়। আৰু আমি মেঘালয় আৰক্ষীৰ লগতো আমি যোগাযোগত আছোঁ, তেওঁলোকৰ লগত আমি কোঅৰ্ডিনেশ্যন কৰি আছোঁ আৰু সকলো ধৰণৰ ব্যৱস্থা, যাত্ৰীসকলৰ ব্যৱস্থা যাতে ৰাইজৰ কোনো অসুবিধা নহয় তাৰ কাৰণে এই ব্যৱস্থা গ্ৰহণ কৰা হৈছে।